ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਮੈਂ ਅੱਜ ਇੱਕ ਵਾਰੀ ਫਿਰ ਬੁੱਧਵਾਰ ਨੂੰ ਤੁਹਾਡੇ ਨਾਲ ਮੁਖਾਤਬ ਹੋ ਰਹੀ ਹਾਂ। ਕੁਝ ਗੱਲਾਂ ਕੋਵਿਡ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ ਅਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝਾ ਕਰਨੀਆਂ ਚਾਹੁੰਦੀ ਹਾਂ। ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਿਸ ਤਰ੍ਹਾਂ ਇਹ ਬਿਮਾਰੀ ਹਰ ਜਗ੍ਹਾ ਪੈਰ ਪਸਾਰ ਰਹੀ ਹੈ, ਹਰ ਜਗ੍ਹਾ ਇਸ ਦੇ ਕੇਸਿਸ ਵੱਧ ਰਹੇ हैं, ਹੋਰ ਲੋਕ ਕਈ ਮਰੀਜ਼ ਹੋ ਰਹੇ हैं। ਸਾਡੇ ਜ਼ਿਲ੍ਹੇ ਵਿੱਚ ਵੀ ਇਸ ਤਰ੍ਹਾਂ ਇਹਦੇ ਕੇਸਿਸ ਵੱਧ ਰਹੇ हैं। ਅੱਜ ਤੱਕ ਹੁਣ ਟੋਟਲ 717 ਲੋਕ ਇਸ ਬਿਮਾਰੀ ਦੀ ਗਿਰਫਤ ਵਿੱਚ ਸਾਡੇ ਜ਼ਿਲ੍ਹੇ ਵਿੱਚ ਆ ਚੁੱਕੇ ਹਨ, ਜਿਸ ਵਿੱਚੋਂ 483 ਲੋਕ ਠੀਕ ਵੀ ਹੋ ਕੇ ਜਾ ਚੁੱਕੇ ਹਨ। ਅਨਫੋਰਚੂਨੇਟਲੀ ਅੱਜ ਤੱਕ ਸਾਡੇ ਜ਼ਿਲ੍ਹੇ ਦੇ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰੰਤੂ ਬਾਕੀ ਹਲੇ ਵੀ ਠੀਕ ਹਨ ਅਤੇ ਬਿਮਾਰੀ ਨਾਲ ਲੜ ਰਹੇ ਹਨ। ਸਾਡੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਤੌਰ 'ਤੇ ਟ੍ਰੀਟਮੈਂਟ ਦੇ ਲਈ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਵਿੱਚ ਆਈਸੋਲੇਸ਼ਨ ਫੈਸਿਲਿਟੀਜ਼ ਬਣਾਈਆਂ ਗਈਆਂ ਹਨ ਅਤੇ KC ਕਾਲਜ ਦੇ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪ੍ਰਾਈਵੇਟ ਹਸਪੀਟਲਸ ਨਾਲ ਵੀ ਅਸੀਂ ਗੱਲ ਕੀਤੀ ਹੈ, ਰਾਬਤਾ ਕਾਇਮ ਕੀਤਾ ਹੈ। IMA ਦੇ ਮੈਂਬਰਸ ਨਾਲ, ਹਸਪੀਟਲਸ ਨਾਲ ਸਾਡੀ ਮੀਟਿੰਗਸ ਲਗਾਤਾਰ ਜਾਰੀਆਂ ਹਨ, ਸਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਅਤੇ ਪ੍ਰਾਈਵੇਟ ਹਸਪੀਟਲਸ ਦੇ ਤੌਰ 'ਤੇ IV ਹਸਪੀਟਲ ਨਵਾਂ ਸ਼ਹਿਰ ਨੇ 5 ਬੈਡਡ ਦਾ ਇੱਕ ਕੋਵਿਡ ਆਈਸੋਲੇਸ਼ਨ ਵਾਰਡ ਸੈਪਰੇਟਲੀ ਤਿਆਰ ਕੀਤਾ ਹੈ ਅਤੇ ਇੱਕ ਪੇਸ਼ੈਂਟ ਅੱਜ ਉੱਥੇ ਦਾਖਲ ਵੀ ਹੈ। ਸੋ ਇਸ ਤਰ੍ਹਾਂ ਪ੍ਰਾਈਵੇਟ ਅਤੇ ਸਰਕਾਰੀ ਹਰ ਤਰ੍ਹਾਂ ਦੀ ਸਹੂਲਤ ਨਵਾਂ ਸ਼ਹਿਰ ਵਿੱਚ ਮਿਲ ਰਹੀ ਹੈ। ਮਰੀਜ਼ਾਂ ਦਾ ਇਲਾਜ ਇੱਥੇ ਵੀ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਸੀਰੀਅਸ ਮਰੀਜ਼ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਸਰਕਾਰੀ ਇਲਾਜ ਦੇ ਲਈ ਜਾਂ ਤਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਰੈਫਰ ਕੀਤਾ ਜਾਂਦਾ ਹੈ, ਨਹੀਂ ਤਾਂ ਅਸੀਂ ਪ੍ਰਾਈਵੇਟ ਹਸਪੀਟਲਸ ਦੇ ਨਾਲ ਰਾਬਤਾ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਇੱਥੇ ਵੀ ਲੈਵਲ 3 ਫੈਸਿਲਿਟੀ ਦਾ ਇਲਾਜ, ਟਰਜਰੀ ਕੇਅਰ ਦਾ ਇਲਾਜ, ਜੋ ਜ਼ਿਆਦਾ ਸੀਰੀਅਸ ਹੈ ਉਹਨਾਂ ਨੂੰ ਵੈਂਟੀਲੇਟਰ ਸਪੋਰਟ, ਆਕਸੀਜਨ ਸਪੋਰਟ, ICU ਕੇਅਰ ਸਾਰਾ ਕੁਝ ਇੱਥੇ ਵੀ ਦਿਵਾਇਆ ਜਾ ਸਕੇ। ਸੋ ਉਸ ਲਈ ਪ੍ਰਾਈਵੇਟ ਹਸਪੀਟਲਸ ਦੇ ਤੌਰ 'ਤੇ ਹਲੇ IV ਹਸਪੀਟਲ ਨਵਾਂ ਸ਼ਹਿਰ ਨੇ ਸਾਨੂੰ ਕਮਿਟ ਕੀਤਾ ਹੈ ਅਤੇ ਉਹਨਾਂ ਨੇ ਆਪਣਾ ਸੈਂਟਰ ਚਾਲੂ ਕਰ ਦਿੱਤਾ ਹੈ। ਮੈਂ ਅੱਜ ਇਸ ਮੀਡੀਅਮ ਦੇ ਰਾਹੀਂ ਵੀ ਹੋਰ ਪ੍ਰਾਈਵੇਟ ਹਸਪੀਟਲਸ, IMA ਦੇ ਮੈਂਬਰਸ, ਨੁਮਾਇੰਦਿਆਂ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਜੇ ਉਹ ਵੀ ਆਪਣੀ ਕੈਪੈਸਿਟੀ ਵਧਾ ਸਕਦੇ ਹਨ ਜਾਂ ਸਾਡੇ ਨਾਲ ਆ ਕੇ ਕਰਨਾ ਚਾਹੁੰਦੇ ਹਨ ਤਾਂ ਅਸੀਂ ਮਿਲ ਕੇ, ਰਲ ਮਿਲ ਕੇ ਇਸ ਬਿਮਾਰੀ ਤੋਂ ਲੜਨਾ ਹੈ ਤਾਂ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇ ਸਕੀਏ। ਕੁਝ ਲੋਕਾਂ ਨੂੰ ਪਿਛਲੇ ਕੁਝ ਦਿਨਾਂ 'ਚ ਮੇਰੇ ਕੋਲ ਕਈ ਇਸ ਤਰ੍ਹਾਂ ਦੇ ਲੋਕ ਆਏ ਹੈ, ਉਹਨਾਂ ਦੇ ਲੋਕਾਂ ਦੇ ਮਨ 'ਚ ਇੱਕ ਦਹਿਸ਼ਤ ਹੈ, ਇੱਕ ਡਰ ਹੈ ਕਿ ਜੀ ਸਾਨੂੰ ਪਟਿਆਲੇ ਨਾ ਰੈਫਰ ਕੀਤਾ ਜਾਏ, ਸਾਡਾ ਇੱਥੇ ਹੀ ਇਲਾਜ ਕਰ ਦਿਓ। ਤਾਂ ਮੈਂ ਲੋਕਾਂ ਦੇ ਮਨ 'ਚ ਇਹ ਦਹਿਸ਼ਤ ਕੱਢਣਾ ਚਾਹੁੰਦੀ ਹਾਂ ਕਿ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਟਿਆਲਾ ਗਵਰਨਮੈਂਟ ਮੈਡੀਕਲ ਕਾਲਜ ਸਰਕਾਰੀ ਮੈਡੀਕਲ ਕਾਲਜ ਦੇ ਤੌਰ 'ਤੇ ਇੱਕ ਟਰਜਰੀ ਕੇਅਰ ਸੈਂਟਰ ਹੈ ਅਤੇ ਜੇ ਕੇਵਲ ਕੋਈ ਮਰੀਜ਼ ਬਹੁਤ ਜ਼ਿਆਦਾ ਸੀਰੀਅਸ ਹੋ ਜਾਂਦਾ ਹੈ ਜਿਸ ਦਾ ਇਲਾਜ ਇੱਥੇ ਸੰਭਵ ਨਹੀਂ ਹੈ, ਕਿਉਂਕਿ ਉਸ ਪੇਸ਼ੈਂਟ ਨੂੰ, ਸੀਰੀਅਸ ਪੇਸ਼ੈਂਟ ਦੇ ਵਿੱਚ ਹਰ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰਸ ਦੀ ਟੀਮ ਇਕੱਠੇ ਬੈਠ ਕੇ ਉਹਨਾਂ ਦਾ ਇਲਾਜ ਕਰਦੀ ਹੈ, ਜਿਸ ਦੇ ਵਿੱਚ ਹਾਰਟ ਦੇ ਮਾਹਿਰ, ਕਿਡਨੀ ਦੇ ਮਾਹਿਰ, ਖੂਨ ਦੇ ਮਾਹਿਰ, ਲੰਗਸ ਦੇ ਮਾਹਿਰ ਅਤੇ ਇਸ ਤਰ੍ਹਾਂ ਦੇ ਹੋਰ ਕਈ ਮਹਿਕਮੇ ਮਿਲ ਕੇ ਇਲਾਜ ਕਰਦੇ ਹੈ। ਕੇਵਲ ਉਸ ਤਰ੍ਹਾਂ ਦੇ ਕੇਸਿਸ ਨੂੰ ਹੀ, ਪੇਸ਼ੈਂਟਸ ਨੂੰ ਹੀ ਪਟਿਆਲਾ ਭੇਜਿਆ ਜਾਂਦਾ ਹੈ ਅਤੇ ਸਾਡੀ ਟੀਮ, ਡਾਕਟਰਸ ਦੀ ਟੀਮ ਉਹਨਾਂ ਦੇ ਨਾਲ ਹਮੇਸ਼ਾ ਸੰਪਰਕ ਵਿੱਚ ਰਹਿੰਦੀ ਹੈ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾਏ ਕਿ ਸਾਡੇ ਪੇਸ਼ੈਂਟਸ ਜਿਹੜੇ ਵੀ ਅਸੀਂ, ਜੇ ਕੋਈ ਸਾਡੇ ਜ਼ਿਲ੍ਹੇ ਦਾ ਮਰੀਜ਼ ਜੇ ਜ਼ਿਆਦਾ ਸੀਰੀਅਸ ਹੋ ਜਾਂਦਾ ਹੈ ਉਸ ਨੂੰ ਉੱਥੇ ਭੇਜਿਆ ਜਾਂਦਾ ਹੈ ਤਾਂ ਉਸ ਨੂੰ ਉੱਥੇ ਵੀ ਚੰਗਾ ਇਲਾਜ ਮਿਲਿਆ ਜਾਏ। ਸੋ ਸਾਰੇ ਲੋਕਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈ। ਜੇਕਰ ਕੋਈ ਵਿਅਕਤੀ ਜ਼ਿਆਦਾ ਸੀਰੀਅਸ ਹੋ ਵੀ ਜਾਂਦਾ ਹੈ ਤਾਂ ਅਸੀਂ ਉਸ ਦੇ ਇਲਾਜ ਦੇ ਇੰਤਜ਼ਾਮ ਕੀਤੇ ਹਨ, ਸਰਕਾਰ ਨੇ ਹਰ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਹਨ, ਪ੍ਰਾਈਵੇਟ ਹਸਪੀਟਲਸ ਵੀ ਦੇ ਰਹੇ ਹੈ ਅਤੇ ਸਰਕਾਰੀ ਤੌਰ 'ਤੇ ਗਵਰਨਮੈਂਟ ਮੈਡੀਕਲ ਕਾਲਜਸ ਦੇ ਵਿੱਚ ਇਨਫਰਾਸਟਰਕਚਰ ਬਹੁਤ ਜ਼ਿਆਦਾ ਵਧਾਇਆ ਗਿਆ ਹੈ ਅਤੇ ਉੱਥੇ ਵੀ ਹਰ ਤਰ੍ਹਾਂ ਦੀ ਸਹੂਲਤ ਪੇਸ਼ੈਂਟਸ ਨੂੰ ਦਿੱਤੀ ਜਾਏਗੀ। ਇਹ ਸਾਰਾ ਮੈਂ ਇਸ ਲਈ ਦੱਸ ਰਹੀ ਹਾਂ ਕਿਉਂਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਜੋ ਸਭ ਤੋਂ ਜ਼ਰੂਰੀ, ਸਭ ਤੋਂ ਅਸਰਦਾਰ ਤਰੀਕਾ ਹੈ ਉਹ ਇਹੀ ਹੈ ਕਿ ਅਸੀਂ ਜਲਦ ਤੋਂ ਜਲਦ ਇਸ ਦੀ ਟੈਸਟਿੰਗ ਕਰਾਈਏ, ਪਹਿਲਾਂ ਹੀ ਇਸ ਦੀ ਟੈਸਟਿੰਗ ਕਰਾਈਏ
ਤਾਂ ਜੋ ਅਸੀਂ ਇਸ ਬਿਮਾਰੀ ਨੂੰ ਵਧਣ ਤੋਂ ਰੋਕ ਸਕੀਏ ਅਤੇ ਪਹਿਲੇ ਪੜਾਅ ਤੇ ਹੀ ਪਤਾ ਚੱਲ ਜਾਏ, ਪਹਿਲੇ ਪੜਾਅ ਤੇ ਹੀ ਪਤਾ ਚੱਲ ਜਾਏ, ਪਹਿਲੇ ਪੜਾਅ ਤੇ ਹੀ ਇਲਾਜ ਸ਼ੁਰੂ ਹੋ ਜਾਏ, ਤਾਂ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜਿਸ ਤਰ੍ਹਾਂ ਜੇ ਮੈਂ ਕੈਂਸਰ ਦਾ ਐਗਜ਼ਾਮਪਲ ਲਵਾਂ, ਉਹ ਇੱਕ ਜ਼ਿਆਦਾ ਕਾਮਨ ਬਿਮਾਰੀ ਹੈ, ਜ਼ਿਆਦਾ ਲੋਕਾਂ ਨੂੰ ਪਤਾ ਹੁੰਦਾ ਹੈ। ਕੈਂਸਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਬੰਦੇ ਨੂੰ, ਕਿਸੇ ਨੂੰ ਕੈਂਸਰ 'ਚ ਡਿਟੈਕਟ ਹੋਇਆ, ਪਹਿਲੇ ਸਟੇਜ 'ਤੇ ਹੈ ਜਾਂ ਆਖਰੀ ਸਟੇਜ 'ਤੇ ਹੈ। ਸੋ ਉਸ ਦਾ ਫਰਕ ਇਹ ਹੁੰਦਾ ਹੈ ਕਿ ਪਹਿਲੇ ਸਟੇਜ 'ਤੇ ਬਿਮਾਰੀ ਹੈ, ਹਲੇ ਬਿਮਾਰੀ ਘੱਟ ਫੈਲੀ ਹੋਈ ਹੈ, ਜੇਕਰ ਉਸ ਦਾ ਇਲਾਜ ਕੀਤਾ ਜਾਏਗਾ ਉਸ ਨੂੰ ਜਲਦੀ ਰੋਕਿਆ ਜਾ ਸਕਦਾ ਹੈ, ਪੇਸ਼ੈਂਟ ਜਲਦੀ ਠੀਕ ਹੋ ਸਕਦਾ ਹੈ। ਆਖਰੀ ਸਟੇਜ ਤੋਂ ਹੈ ਤਾਂ ਮਤਲਬ ਹੁੰਦਾ ਹੈ ਕਿ ਪੇਸ਼ੈਂਟ ਨੂੰ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੈ, ਪੇਸ਼ੈਂਟ ਨੇ ਆਉਣ ਵਿੱਚ ਦੇਰੀ ਕਰ ਦਿੱਤੀ ਹੈ ਅਤੇ ਹੁਣ ਉਸ ਨੂੰ ਰੋਕਣਾ ਜਾਂ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਉਸੇ ਤਰ੍ਹਾਂ ਇਹ ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਲੈ ਰਹੀ ਹਾਂ ਕਿ ਇਹ ਬਿਮਾਰੀ ਵੀ ਉਸੇ ਤਰ੍ਹਾਂ ਹੀ ਹੈ। ਜੇਕਰ ਅਸੀਂ ਇਸ ਨੂੰ ਜਲਦੀ ਪਕੜ ਲਈਏ, ਪਹਿਲੇ ਪੜਾਅ 'ਤੇ ਪਕੜ ਲਈਏ, ਪਹਿਲੇ ਪੜਾਅ 'ਤੇ ਹੋ ਸਕਦਾ ਹੈ, ਮਤਲਬ ਇਹ ਹੈ ਕਿ ਉਸ ਸਮੇਂ ਪੇਸ਼ੈਂਟ ਨੂੰ ਲੱਛਣ ਵੀ ਨਾ ਹੋਣ, ਵਿਅਕਤੀ ਨੂੰ ਪਤਾ ਵੀ ਨਾ ਚੱਲੇ ਕਿ ਮੈਨੂੰ ਇਹ ਬਿਮਾਰੀ ਹੋ ਚੁੱਕੀ ਹੈ, ਕੋਈ ਕਿਸੇ ਦੇ ਸੰਪਰਕ ਵਿੱਚ ਆਇਆ ਹੈ, ਜਾਂ ਕਿਸੇ ਨੂੰ ਹੋ ਸਕਦਾ ਬਹੁਤ ਹੀ ਮਾਈਲਡ ਲੱਛਣ ਹੋਣ, ਜਿਸ ਤਰ੍ਹਾਂ ਆਮ ਤੌਰ 'ਤੇ ਗਲੇ ਵਿੱਚ ਖਰਾਸ਼ ਜਾਂ ਸਾਹ ਦੀ ਤਕਲੀਫ ਜਾਂ ਥੋੜ੍ਹਾ ਬਹੁਤ ਬੁਖਾਰ, ਖਾਂਸੀ, ਕਿਸੇ ਨੂੰ ਮਾਈਲਡ ਲੱਛਣ ਹੋਣ, ਲੱਛਣ ਨਾ ਵੀ ਹੋਣ, ਕਿਸੇ ਨੂੰ ਕਿਸੇ ਦੇ ਵਿੱਚ ਕੰਟੈਕਟ ਵਿੱਚ ਆਇਆ ਹੋਏ, ਜਾਂ ਸਾਡੀ ਟੀਮ ਨੂੰ ਪਤਾ ਚੱਲਿਆ ਹੋਏ ਕੋਈ ਵਿਅਕਤੀ ਜੋ ਜ਼ਿਆਦਾ ਲੋਕਾਂ ਦੇ ਕੰਟੈਕਟ ਵਿੱਚ ਆਉਂਦੇ ਹੈ, ਹਾਈ ਰਿਸਕ ਪੋਪੂਲੇਸ਼ਨ ਹੈ, ਜੇ ਉਹ ਪਹਿਲਾਂ ਹੀ ਆਪਣੀ ਜਾਂਚ ਕਰਾ ਲੈਣ ਤਾਂ ਬਿਮਾਰੀ ਨੂੰ ਜਲਦੀ ਫੜਿਆ ਜਾ ਸਕਦਾ ਹੈ। ਜਲਦੀ ਫੜਨ ਦਾ ਮਤਲਬ ਹੈ ਪਹਿਲੇ ਸਟੇਜ 'ਤੇ ਹੀ ਉਸ ਦਾ ਇਲਾਜ ਸ਼ੁਰੂ ਹੋ ਸਕਦਾ ਹੈ ਅਤੇ ਬੈਟਰ ਇਲਾਜ ਮਿਲ ਜਾਏਗਾ, ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਅਤੇ ਹੋ ਸਕਦਾ ਹੈ ਪਹਿਲੇ ਸਟੇਜ 'ਤੇ ਜੇ ਫੜਿਆ ਜਾਏ ਤਾਂ ਪੇਸ਼ੈਂਟ ਨੂੰ ਹਸਪਤਾਲ ਵੀ ਨਾ ਆਉਣਾ ਪਏ, ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕਰਕੇ, ਘਰ ਵਿੱਚ ਹੀ ਇਕਾਂਤਵਾਸ ਕਰਕੇ ਉਹਦਾ ਉੱਥੇ ਹੀ ਇਲਾਜ ਹੋ ਸਕੇ। ਜੇ ਅਸੀਂ ਇਹ ਟੈਸਟ ਨੂੰ ਟਾਲਦੇ ਰਹਾਂਗੇ, ਇਸ ਨੂੰ ਦੂਰ ਕਰਦੇ ਰਹਾਂਗੇ, ਇਸ ਤੋਂ ਡਰਦੇ ਰਹਾਂਗੇ ਜਾਂ ਭੱਜਦੇ ਰਹਾਂਗੇ ਕਿ ਨਹੀਂ ਜੀ ਸਾਨੂੰ ਕੁਛ ਨਹੀਂ ਹੋਇਆ, ਅਸੀਂ ਟੈਸਟ ਨਹੀਂ ਕਰਾਉਣਾ, ਅਸੀਂ ਟੈਸਟ ਨਹੀਂ ਕਰਾਉਣਾ, ਤਾਂ ਹੋ ਸਕਦਾ ਹੈ ਜੇ ਅਸੀਂ 2 ਦਿਨ ਬਾਅਦ ਜਾਂ 4 ਦਿਨ ਬਾਅਦ ਟੈਸਟ ਕਰਾਈਏ, ਉਸ ਸਮੇਂ ਪੇਸ਼ੈਂਟ ਦੀ ਹਾਲਤ ਜ਼ਿਆਦਾ ਗੰਭੀਰ ਹੋ ਜਾਏ ਅਤੇ ਉਸ ਨੂੰ ਸਿੱਧਾ ਹਸਪਤਾਲ ਵਿੱਚ ਦਾਖਲ ਕਰਨਾ ਪਏ, ਉਸ ਨੂੰ ਹੋ ਸਕਦਾ ਆਕਸੀਜਨ ਲਗਾਉਣੀ ਪਏ ਜਾਂ ਹੋ ਸਕਦਾ ਹੈ ਵੈਂਟੀਲੇਟ ਵੀ ਕਰਨਾ ਪਏ। ਇਸ ਲਈ ਮੇਰੀ ਬੇਨਤੀ ਹੈ ਕਿ ਸਾਨੂੰ ਟੈਸਟਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ। ਇਸ ਬਿਮਾਰੀ ਤੋਂ ਬਚਣ ਦੇ 2 ਹੀ ਤਰੀਕੇ ਹੈ, ਜਾਂ ਤਾਂ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਏ, ਮਾਸਕ ਪਾ ਕੇ ਘੁੰਮਿਆ ਜਾਏ, ਗੈਦਰਿੰਗ ਵਿੱਚ ਨਾ ਜਾਇਆ ਜਾਏ, ਦੂਜੇ ਲੋਕਾਂ ਨੂੰ ਮਿਲਣ ਤੋਂ ਬਚਿਆ ਜਾਏ, ਪਰਹੇਜ਼ ਕੀਤਾ ਜਾਏ। ਅਤੇ ਜੇ ਸਾਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਹੈ, ਅਸੀਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਾਂ, ਕਿਸੇ ਨੂੰ ਆਪਣੇ ਕੰਮ ਦੇ ਕਾਰਨ ਜਾਂ ਕੋਈ ਹੋਰ ਜ਼ਰੂਰੀ ਰੁਝੇਵਿਆਂ ਕਾਰਨ ਜੇ ਕੋਈ ਵਿਅਕਤੀ ਸਸੈਪਟੇਬਲ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਆਪਣੀ ਟੈਸਟਿੰਗ ਕਰਾਉਣੀ ਚਾਹੀਦੀ ਹੈ, ਤਾਂ ਜੋ ਬਿਮਾਰੀ ਜੇ ਹੁੰਦੀ ਵੀ ਹੈ ਉਸ ਦਾ ਜਲਦੀ ਪਤਾ ਲੱਗ ਸਕੇ। ਟੈਸਟਿੰਗ ਦੇ ਲਈ ਅਸੀਂ ਆਪਣੀ ਟੀਮਸ ਦੀ ਕੈਪੈਸਿਟੀ ਵਧਾ ਦਿੱਤੀ ਹੈ। ਸਾਡੇ ਕੋਲ ਹੁਣ ਇੱਕ ਰੈਪਿਡ ਕਿਟਸ ਵੀ ਆ ਗਈਆਂ ਹਨ, ਜਿਸ ਦੇ ਨਾਲ ਟੈਸਟ ਕਰਕੇ ਤੁਰੰਤ 1 ਘੰਟੇ ਦੇ ਅੰਦਰ ਅੰਦਰ ਰਿਜ਼ਲਟ ਪਤਾ ਚੱਲ ਜਾਂਦਾ ਹੈ ਕਿ ਵਿਅਕਤੀ ਪੋਜ਼ਿਟਿਵ ਹੈ ਜਾਂ ਨਹੀਂ। ਸੋ ਮੇਰੀ ਬੇਨਤੀ ਹੈ ਕਿ ਲੋਕ ਜ਼ਰੂਰ ਆਉਣ, ਇਹ ਟੈਸਟ ਕਰਾਉਣ। ਇਹ ਰੈਪਿਡ ਟੈਸਟ ਦੀ ਸੁਵਿਧਾ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ, CHC ਬੰਕਾ ਅਤੇ ਸਬ ਡਿਵੀਜ਼ਨਲ ਹਸਪਤਾਲ ਬਾਲਾਚੌਰ, ਇਹ 3 ਜਗ੍ਹਾ 'ਤੇ ਉਪਲਬਧ ਹੈ। ਜੇ ਲੋਕ ਅੱਗੇ ਆ ਕੇ ਇਹ ਟੈਸਟ ਕਰਾਉਣਗੇ, ਇਹ ਫੈਸਿਲਿਟੀ 'ਤੇ ਆ ਕੇ ਟੈਸਟ ਕਰਾਉਣ, ਕੇਵਲ 2 ਮਿੰਟਾਂ ਦਾ ਟੈਸਟ ਹੈ, 1 ਘੰਟੇ ਦੇ ਅੰਦਰ ਅੰਦਰ ਰਿਪੋਰਟ ਆ ਜਾਂਦੀ ਹੈ। ਜੇਕਰ ਕੋਈ ਨੈਗੇਟਿਵ ਹੈ ਤਾਂ ਉਹ ਬਿਲਕੁਲ ਤਸੱਲੀ ਨਾਲ ਖੁਸ਼ੀ ਜਾ ਕੇ ਆਪਣਾ ਨੋਰਮਲ ਕੰਮ ਕਰ ਸਕਦੇ ਹਨ, ਨੋਰਮਲ ਸਾਵਧਾਨੀਆਂ ਨੂੰ ਵਰਤਦੇ ਹੋਏ। ਅਤੇ ਜੇਕਰ ਕੋਈ ਪੋਜ਼ਿਟਿਵ ਆਉਂਦਾ ਹੈ ਤਾਂ ਉਸ ਨੂੰ ਮੌਕੇ 'ਤੇ ਹੀ ਟੈਸਟਿੰਗ ਦੇ ਸਮੇਂ ਹੀ ਟੀਮ ਜਾਂਚ ਲਏਗੀ, ਅਤੇ ਜੇਕਰ ਵਿਅਕਤੀ ਦੀ ਸਿਹਤ ਠੀਕ ਲੱਗੇਗੀ, ਉਸ ਨੂੰ ਲੱਛਣ ਨਹੀਂ ਹੋਣਗੇ ਜਾਂ ਬਹੁਤ ਹੀ ਘੱਟ ਲੱਛਣ ਹੋਣਗੇ, ਤਾਂ ਉਹਨਾਂ ਨੂੰ ਘਰਾਂ 'ਚ ਹੀ ਇਕਾਂਤਵਾਸ ਕਰ ਦਿੱਤਾ ਜਾਏਗਾ। ਇਹ ਮੈਂ ਦੂਜੀ ਗੱਲ ਇਸ ਲਈ ਦੱਸਣਾ ਚਾਹ ਰਹੀ ਹਾਂ ਕਿ ਕਈ ਲੋਕਾਂ ਨੂੰ ਇਸ ਤਰ੍ਹਾਂ ਦਾ ਵੀ ਡਰ ਹੈ ਕਿ ਜੀ ਜੇ ਅਸੀਂ ਪੋਜ਼ਿਟਿਵ ਹੋ ਜਾਵਾਂਗੇ, ਸਾਨੂੰ ਲਿਆ ਕੇ ਹਸਪੀਟਲ ਵਿੱਚ ਬੰਦ ਕਰ ਦਿੱਤਾ ਜਾਏਗਾ, ਸਾਨੂੰ ਇੱਥੇ ਕੁਆਰੰਟਾਈਨ ਕਰ ਦਿੱਤਾ ਜਾਏਗਾ।
ਸੋ ਮੈਂ ਸਾਰਿਆਂ ਨੂੰ ਇਹ ਡਾਊਟ ਕਲੀਅਰ ਕਰਨਾ ਚਾਹ ਰਹੀ ਹਾਂ ਕਿ ਸਰਕਾਰ ਨੇ ਅਤੇ ਅਸੀਂ ਮਿਲ ਕੇ ਪਲਾਨਿੰਗ ਕਰਕੇ ਇਹ ਪ੍ਰੋਸੈਸ ਬਹੁਤ ਹੀ ਸਿੰਪਲੀਫਾਈ ਕਰ ਦਿੱਤਾ ਹੈ। ਜੇਕਰ ਤੁਹਾਡੇ ਘਰਾਂ 'ਚ ਸਹੂਲਤ ਹੈ ਅਤੇ ਤੁਸੀਂ ਉਸ ਦੀ ਸੈਲਫ ਡਿਕਲੇਰੇਸ਼ਨ ਇੱਕ ਆਪਣੇ ਵੱਲੋਂ ਇੱਕ ਲਿਖਤੀ ਤੌਰ 'ਤੇ ਸਾਨੂੰ ਦੋਗੇ ਕਿ ਹਾਂ ਤੁਸੀਂ ਘਰ ਵਿੱਚ ਇਕਾਂਤਵਾਸ ਚਾਹੁੰਦੇ ਹੋ, ਤਾਂ ਟੈਸਟਿੰਗ ਦੇ ਟਾਈਮ ਜਦ ਤੁਸੀਂ ਸੈਂਪਲ ਦੇਣ ਆਓਗੇ ਉਸੇ ਸਮੇਂ ਤੁਹਾਡੀ ਡਾਕਟਰੀ ਜਾਂਚ ਕਰ ਦਿੱਤੀ ਜਾਏਗੀ ਅਤੇ ਜੇਕਰ ਤੁਸੀਂ ਪੋਜ਼ਿਟਿਵ ਨਿਕਲਦੇ ਹੋ ਤਾਂ ਤੁਹਾਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਜਾਏਗਾ, ਤੁਹਾਨੂੰ ਹਸਪੀਟਲ ਨਹੀਂ ਲਿਆਇਆ ਜਾਏਗਾ। ਸੋ ਮੇਰੀ ਬੇਨਤੀ ਹੈ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਅੱਗੇ ਆ ਕੇ ਆਪਣੀ ਟੈਸਟਿੰਗ ਜ਼ਰੂਰ ਕਰਾਈਏ। ਸੈਂਪਲਿੰਗ ਕਰਨ ਦੇ ਨਾਲ, ਜਲਦੀ ਟੈਸਟ ਕਰਾਉਣ ਦੇ ਨਾਲ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਮੇਰੀ ਆਪਣੇ NRI ਵੀਰਾਂ ਨੂੰ ਵੀ ਬੇਨਤੀ ਹੈ, ਜਿਹੜੇ ਪਰਿਵਾਰ ਦੇ ਕੋਈ ਸਦੱਸਿਆ, ਕੋਈ ਮੈਂਬਰ ਦੂਜੇ ਦੇਸ਼ਾਂ 'ਚ ਗਏ ਹਨ ਅਤੇ ਦੂਜੇ ਦੇਸ਼ਾਂ 'ਚ ਵਾਪਸ ਆਉਣਾ ਚਾਹੁੰਦੇ ਹਨ। ਕਈ ਇਸ ਤਰ੍ਹਾਂ ਦੀ ਰਿਕੁਐਸਟਸ ਆਉਂਦੀਆਂ ਹੈ ਕਿ ਜੀ ਸਾਨੂੰ ਘਰ ਵਿੱਚ ਹੀ ਇਕਾਂਤਵਾਸ ਅਲਾਓ ਕਰ ਦਿੱਤਾ ਜਾਏ ਅਤੇ ਸਾਨੂੰ ਕੁਆਰੰਟਾਈਨ ਸੈਂਟਰ ਵਿੱਚ ਨਾ ਭੇਜਿਆ ਜਾਏ। ਜੇਕਰ ਕੋਈ ਵੀ NRI ਬਾਹਰੋਂ ਦੂਜੇ ਦੇਸ਼ ਤੋਂ ਆਉਂਦਾ ਹੈ ਤਾਂ ਆਉਣ ਤੋਂ 4 ਦਿਨ ਪਹਿਲਾਂ 96 ਘੰਟੇ ਪਹਿਲਾਂ ਆਪਣਾ ਕੋਵਿਡ ਦਾ ਟੈਸਟ ਜਿਹੜੇ ਮੁਲਕ ਤੋਂ ਆਉਣਾ ਹੈ ਉਸ ਮੁਲਕ ਵਿੱਚ ਕਰਾਏ ਅਤੇ ਆ ਕੇ ਜਦੋਂ ਜਿੱਥੇ ਵੀ ਪਹੁੰਚੇਗਾ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਸਾਡੇ ਸੈਂਟਰ ਵਿੱਚ ਜਾ ਕੇ, ਕੁਆਰੰਟਾਈਨ ਸੈਂਟਰ ਵਿੱਚ ਜਾ ਕੇ ਆਪਣੀ ਉਸ ਟੈਸਟ ਦੀ ਰਿਪੋਰਟ ਦਿਖਾ ਦੇ। ਨੈਗੇਟਿਵ ਰਿਪੋਰਟ ਦੇ ਬੇਸਿਸ 'ਤੇ ਉਹਨਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਨ ਦੀ ਪਰਮਿਸ਼ਨ ਦੇ ਦਿੱਤੀ ਜਾਏਗੀ ਅਤੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਜਾਏਗਾ। ਸੋ ਮੇਰੀ ਇਹ ਵੀ ਬੇਨਤੀ ਹੈ ਸਾਰੇ ਲੋਕਾਂ ਨੂੰ, ਸਪੈਸ਼ਲੀ ਜਿਨ੍ਹਾਂ ਦੇ ਕੋਈ ਪਰਿਵਾਰਿਕ ਮੈਂਬਰ ਜਾਂ ਕੋਈ ਦੋਸਤ ਮਿੱਤਰ NRI ਹਨ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਬਾਹਰ ਦੇ ਦੇਸ਼ ਤੋਂ ਵਾਪਸ ਇੰਡੀਆ, ਵਾਪਸ ਪੰਜਾਬ, ਨਵਾਂ ਸ਼ਹਿਰ ਆਉਣ ਦਾ ਪਲਾਨ ਬਣਾ ਰਹੇ ਹਨ, ਤਾਂ ਆਉਣ ਤੋਂ 96 ਘੰਟੇ ਪਹਿਲਾਂ ਆਪਣੀ ਸੋਰਸ ਕੰਟਰੀ ਦੇ ਵਿੱਚ ਆਪਣਾ ਕੋਵਿਡ ਟੈਸਟ ਜ਼ਰੂਰ ਕਰਾਉਣ, ਜਿਸ ਨਾਲ ਉਹਨਾਂ ਨੂੰ ਇੱਥੇ ਲੈਂਡ ਕਰਨ ਦੇ ਇਹ ਸੁਵਿਧਾ ਉਪਲਬਧ ਹੋ ਸਕਦੀ ਹੈ ਅਤੇ ਉਹਨਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਜਾਏਗਾ। ਮੈਂ ਇਹ ਸਾਰਾ ਕੁਝ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਕਿ ਮੈਂ ਇਹ ਦੱਸਣਾ ਚਾਹ ਰਹੀ ਹਾਂ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਮਹਿਕਮਾ, ਪੁਲਿਸ ਮਹਿਕਮਾ ਅਤੇ ਹੋਰ ਵੀ ਕਈ ਮਹਿਕਮਿਆਂ ਦੇ ਆਫਿਸਰਸ ਲਗਾਤਾਰ ਦਿਨ ਰਾਤ ਅਸੀਂ ਇਸ ਕੰਮ 'ਤੇ ਲੱਗੇ ਹੋਏ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੇ ਸ਼ਹਿਰ ਨੂੰ, ਆਪਣੇ ਜ਼ਿਲ੍ਹੇ ਨੂੰ ਇਸ ਬਿਮਾਰੀ ਤੋਂ ਬਚਾਉਣਾ ਹੈ, ਸਾਡੇ ਲੋਕਾਂ ਨੂੰ ਬਚਾਉਣਾ ਹੈ, ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾ ਦੇਣੀ ਹੈ ਤਾਂ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ, ਇਸ ਬਿਮਾਰੀ ਤੋਂ ਬਚੇ ਰਹਿਣ। ਜੇਕਰ ਕੋਈ ਬਿਮਾਰ ਹੁੰਦਾ ਵੀ ਹੈ ਉਸ ਦਾ ਚੰਗਾ ਇਲਾਜ ਹੋ ਜਾਏ ਅਤੇ ਉਹ ਜਲਦ ਤੋਂ ਜਲਦ ਠੀਕ ਹੋ ਜਾਏ। ਸਾਡੀ ਟੀਮ 7 ਦਿਨ ਲਗਾਤਾਰ ਦਿਨ ਰਾਤ ਇਸ ਕੰਮ 'ਤੇ ਲੱਗੀਆਂ ਹੋਈਆਂ ਹਨ ਅਤੇ ਸਾਡੀ ਟੀਮਾਂ ਦੇ ਕਈ ਲੋਕ, ਡਾਕਟਰਸ, ਕਈ ਲੈਬ ਟੈਕਨੀਸ਼ੀਅਨ, ਕਈ ਸਟਾਫ ਮੈਂਬਰਸ, ਬਹੁਤ ਸਾਰੇ ਲੋਕ ਆਪ ਵੀ ਇਸ ਲੜਾਈ ਦੇ ਵਿੱਚ ਕੰਮ ਕਰਦੇ ਕਰਦੇ ਆਪਣੀ ਡਿਊਟੀ ਨਿਭਾਉਂਦੇ ਕਈ ਪੁਲਿਸ ਕਰਮੀ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਹਨ। ਪਰੰਤੂ ਫਿਰ ਵੀ ਅਸੀਂ ਸਾਰੇ ਮਿਲ ਕੇ, ਰਲ ਕੇ, ਪੂਰੀ ਟੀਮ ਦੇ ਨਾਲ ਤੁਹਾਡੀ ਸੇਵਾ ਵਿੱਚ ਲੱਗੇ ਹੋਏ ਹਨ, ਨਿਰੰਤਰ ਡਿਊਟੀ 'ਤੇ ਲੱਗੇ ਹੋਏ ਹਨ ਅਤੇ ਇੱਕ ਵੀ ਬੰਦੇ ਦਾ ਹੌਸਲਾ ਪਸਤ ਨਹੀਂ ਹੈ। ਪਰ ਇਸ ਲੜਾਈ ਦੇ ਵਿੱਚ ਅਸੀਂ ਉਦੋਂ ਤੱਕ ਨਹੀਂ ਜਿੱਤ ਸਕਦੇ ਜਦੋਂ ਤੱਕ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਨਹੀਂ ਮਿਲਦਾ ਹੈ। ਬੜੇ ਹੀ ਖੇਦ ਦੀ ਗੱਲ ਹੈ ਕਿ ਕਈ ਵਾਰੀ ਜਦ ਸਾਡੀ ਹੈਲਥ ਟੀਮ ਕਿਸੇ ਪਿੰਡ ਵਿੱਚ ਜਾਂ ਕਿਸੇ ਇਲਾਕੇ ਦੇ ਵਿੱਚ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਜਾਂਦੀ ਹੈ ਜਾਂ ਉਹਨਾਂ ਦੀ ਟੈਸਟ ਕਰਨ ਜਾਂਦੀ ਹੈ, ਸੈਂਪਲ ਲੈਣ ਲਈ ਜਾਂਦੀ ਹੈ, ਤਾਂ ਉੱਥੇ ਸਾਡੀ ਟੀਮ ਨੂੰ ਕਈ ਵਾਰੀ ਲੋਕਾਂ ਦਾ ਗੁੱਸਾ, ਰੋਸ਼ ਜਾਂ ਉਹਨਾਂ ਦੇ ਨਾਲ ਬਦਸਲੂਕੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਇੱਕ ਤਾਂ ਕੰਮ ਵਿੱਚ ਰੁਕਾਵਟ ਆਉਂਦੀ ਹੈ, ਬਿਮਾਰੀ ਦੀ ਜਲਦੀ ਜਾਂਚ ਹੋਣ ਵਿੱਚ ਰੁਕਾਵਟ ਆਉਂਦੀ ਹੈ ਅਤੇ ਸਾਡੀ ਟੀਮ ਦਾ ਮਨੋਬਲ ਵੀ ਬਹੁਤ ਗਿਰਦਾ ਹੈ। ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਾਡੀ ਟੀਮ ਦੇ ਸਾਰੇ ਸਦੱਸਿਆ, ਸਾਰੇ ਮੈਂਬਰਸ, ਚਾਹੇ ਉਹ ਸਿਹਤ ਕਰਮੀ ਹੈ, ਚਾਹੇ ਉਹ ਪ੍ਰਸ਼ਾਸਨ ਦੇ ਅਫਸਰ ਹੈ, ਚਾਹੇ ਉਹ ਪੁਲਿਸ ਦੇ ਅਫਸਰ ਹੈ, ਇਹ ਸਾਰੇ ਅਫਸਰ ਜਿਹੜੇ ਤੁਹਾਡੇ ਕੋਲ ਆ ਕੇ ਜੇ ਤੁਹਾਨੂੰ ਟੈਸਟ ਕਰਾਉਣ ਲਈ ਬੇਨਤੀ ਕਰ ਰਹੇ ਹੈ, ਮਾਸਕ ਪਾਉਣ ਲਈ ਬੇਨਤੀ ਕਰ ਰਹੇ ਹੈ ਜਾਂ ਕਿਸੇ ਵੀ ਚੀਜ਼ ਲਈ ਬੇਨਤੀ ਕਰ ਰਹੇ ਹੈ, ਇਸ ਬਿਮਾਰੀ ਬਾਰੇ ਜਾਗਰੂਕ ਕਰ ਰਹੇ ਹੈ, ਉਹ ਇਹ ਸਾਰਾ ਕੁਝ ਸਿਰਫ ਤੁਹਾਡੇ ਭਲੇ ਲਈ
ਆਪਣੇ ਜ਼ਿਲ੍ਹੇ ਨੂੰ ਬਚਾਉਣ ਲਈ, ਸਾਡੇ ਲੋਕਾਂ ਨੂੰ ਬਚਾਉਣ ਲਈ ਕਰ ਰਹੇ ਹੈ। ਸਾਨੂੰ ਮਿਲ ਕੇ ਉਹਨਾਂ ਦਾ ਮਦਦ ਕਰਨੀ ਹੈ, ਹੌਸਲਾ ਅਫਜ਼ਾਈ ਕਰਨੀ ਹੈ ਅਤੇ ਜੋ ਵੀ ਹਦਾਇਤਾਂ ਜਾਂ ਜੋ ਵੀ ਗਾਈਡਲਾਈਨਸ ਉਹ ਦੱਸ ਰਹੇ ਹੈ ਉਹਨਾਂ ਦੀ ਪਾਲਣਾ ਕਰਨੀ ਹੈ। ਇਹ ਬੇਨਤੀ ਵੀ ਹੈ ਅਤੇ ਇਹ ਇੱਕ ਆਰਡਰ ਵੀ ਹੈ, ਇਹ ਮੈਂਡੇਟਰੀ ਵੀ ਹੈ, ਕਿਉਂਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਹਰ ਵਿਅਕਤੀ ਜਿਸ ਨੂੰ ਵੀ ਹੈਲਥ ਟੀਮ ਅਪਰੋਚ ਕਰਦੀ ਹੈ, ਜੋ ਵੀ ਕੋਈ ਸਸਪੈਕਟਡ ਪੇਸ਼ੈਂਟ ਦੇ ਘੇਰੇ ਵਿੱਚ ਆਉਂਦਾ ਹੈ, ਜੋ ਵੀ ਕੋਈ ਸਸਪੈਕਟ ਹੈ, ਕਿਸੇ ਦਾ ਕੰਟੈਕਟ ਹੈ, ਕੋਈ ਕੰਟੇਨਮੈਂਟ ਜ਼ੋਨ ਵਿੱਚ ਰਹਿੰਦਾ ਹੈ, ਕੋਈ ਹੌਟਸਪੌਟ ਏਰੀਆ ਦੇ ਵਿੱਚ ਰਹਿੰਦਾ ਹੈ, ਉਹਨਾਂ ਦੀ ਟੈਸਟਿੰਗ ਹੋਣੀ ਲਾਜ਼ਮੀ ਹੈ। ਇਹ ਸਿਰਫ ਉਹ ਲੋਕਾਂ ਦੀ ਆਪਣੀ ਸੇਫਟੀ ਲਈ ਹੀ ਨਹੀਂ, ਜਨਰਲ ਪਬਲਿਕ ਦੀ ਸੇਫਟੀ ਲਈ ਵੀ ਜ਼ਰੂਰੀ ਹੈ। ਇਹਦੇ ਨਾਲ ਸਿਰਫ ਤੁਹਾਡੀ ਆਪਣੀ ਸੇਫਟੀ ਨਹੀਂ, ਸਾਰੇ ਜ਼ਿਲ੍ਹੇ ਦੇ ਸਾਰੇ ਲੋਕਾਂ ਦੀ ਸੇਫਟੀ ਦਾ ਵੀ ਜ਼ਰੂਰੀ ਹੈ, ਕਿਉਂਕਿ ਇੱਕ ਵੀ ਆਦਮੀ ਜੇ ਅਨਡਿਟੈਕਟਡ ਰਹਿ ਜਾਂਦਾ ਹੈ ਤਾਂ ਉਹ ਅੱਗੇ ਇਹ ਬਿਮਾਰੀ ਕਈਆਂ ਵਿੱਚ ਫੈਲਾ ਸਕਦਾ ਹੈ। ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਟੀਮ ਮੈਂਬਰਸ ਨਾਲ, ਸਾਡੇ ਆਫਿਸਰਸ ਨਾਲ, ਸਾਡੇ ਸਟਾਫ ਨਾਲ ਸਹਿਯੋਗ ਕਰਨ। ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਕੋਈ ਨਾ ਵਾਪਰੇ ਜਿੱਥੇ ਸਾਡੀ ਟੀਮ ਨੂੰ ਨਿਰਾਸ਼ ਹੋ ਕੇ ਆਉਣਾ ਪਵੇ ਜਾਂ ਸਾਨੂੰ ਜ਼ਬਰਦਸਤੀ ਕੋਈ ਕੰਮ ਕਰਨਾ ਪਏ, ਕਿ ਜਿੱਥੇ ਸਾਨੂੰ ਜ਼ਬਰਦਸਤੀ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਪਏ ਜਾਂ ਕੋਈ ਕਾਨੂੰਨੀ ਸਟੈਪ ਲੈਣਾ ਪਏ। ਸੋ ਮੇਰੀ ਬੇਨਤੀ ਹੈ ਕਿ ਸਾਰੇ ਲੋਕ ਸਾਡੀ ਹੈਲਥ ਟੀਮ, ਸਾਡੀ ਟੀਮ ਦੀ ਹੌਸਲਾ ਅਫਜ਼ਾਈ ਕਰਨ, ਦਿੱਤੀ ਹੋਈ ਹਦਾਇਤਾਂ ਦੀ ਪਾਲਣਾ ਕਰਨ, ਅੱਗੇ ਆ ਕੇ ਆਪਣਾ ਟੈਸਟ ਸੈਂਪਲਿੰਗ ਜ਼ਰੂਰ ਕਰਾਉਣ। ਇਸ ਤੋਂ ਇਲਾਵਾ ਸਰਕਾਰ ਦੀ ਲੇਟੈਸਟ ਹਦਾਇਤਾਂ ਅਨੁਸਾਰ ਸ਼ਹਿਰੀ ਇਲਾਕਿਆਂ ਦੇ ਵਿੱਚ, ਸ਼ਹਿਰੀ ਇਲਾਕਿਆਂ ਤੋਂ ਮਤਲਬ ਨਗਰ ਕੌਂਸਲਾਂ ਦੀ ਹਦੂਦ ਦੇ ਅੰਦਰ ਕੁਝ ਪਾਬੰਦੀਆਂ ਹੋਰ ਵਧਾਈਆਂ ਗਈਆਂ ਹਨ। ਉਸ ਬਾਰੇ ਮੈਂ ਜਾਣਕਾਰੀ ਦੇਣਾ ਚਾਹੁੰਦੀ ਹਾਂ। ਇਹ ਪਾਬੰਦੀਆਂ 31 ਅਗਸਤ ਤੱਕ ਲਾਗੂ ਰਹਿਣਗੀਆਂ। ਚਾਰੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਚਾਰੋਂ ਅਰਬਨ ਏਰੀਆਜ਼, ਬਾਲਾਚੌਰ, ਬੰਗਾ, ਰਾਹੋਂ ਅਤੇ ਨਵਾਂ ਸ਼ਹਿਰ, ਇਹਨਾਂ ਦੇ ਸ਼ਹਿਰੀ ਖੇਤਰ ਦੇ ਅੰਦਰ ਸ਼ਾਮ ਨੂੰ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਦੁਕਾਨਾਂ ਖੁੱਲ੍ਹਣ ਦਾ ਟਾਈਮ ਸ਼ਾਮ ਨੂੰ 6:30 ਵਜੇ ਤੱਕ ਰਹੇਗਾ। ਸੈਟਰਡੇ ਅਤੇ ਸੰਡੇ, ਵੀਕਐਂਡ 'ਤੇ ਪੂਰਨ ਤੌਰ 'ਤੇ ਕਰਫਿਊ ਰਹੇਗਾ। ਇਹ ਕਰਫਿਊ ਐਸੈਂਸ਼ੀਅਲ ਆਈਟਮਸ, ਜ਼ਰੂਰੀ ਵਸਤੂਆਂ 'ਤੇ ਲਾਗੂ ਨਹੀਂ ਰਹੇਗਾ, ਜਿਸ ਵਿੱਚ ਫਲ, ਸਬਜ਼ੀ, ਰਾਸ਼ਨ, ਦੁੱਧ, ਡਾਇਰੀ, ਖੇਤੀਬਾੜੀ ਨਾਲ ਸੰਬੰਧਿਤ, ਸਿਹਤ ਸੇਵਾਵਾਂ ਨਾਲ ਸੰਬੰਧਿਤ, ਔਨਲਾਈਨ ਪੜ੍ਹਾਈ ਨਾਲ ਸੰਬੰਧਿਤ, ਪੋਸਟਲ ਐਕਟੀਵਿਟੀਜ਼, ਲੌਜਿਸਟਿਕ ਐਕਟੀਵਿਟੀਜ਼, ਖੇਡ ਸਪੋਰਟਸ ਸਟੇਡੀਅਮ ਬਿਨਾਂ ਦਰਸ਼ਕਾਂ ਦੇ ਕਵਰ ਨਹੀਂ ਹੁੰਦੇ। ਇਹ ਸਾਰੀ ਐਕਟੀਵਿਟੀਜ਼ ਨੂੰ ਇਸ ਨਾਈਟ ਕਰਫਿਊ ਅਤੇ ਵੀਕਐਂਡ ਕਰਫਿਊ ਤੋਂ ਛੋਟ ਰਹੇਗੀ। ਇਸ ਤੋਂ ਇਲਾਵਾ ਬਾਕੀ ਸਾਰੀ ਐਕਟੀਵਿਟੀਜ਼ ਦਾ ਟਾਈਮ ਸ਼ਹਿਰੀ ਖੇਤਰਾਂ ਦੇ ਵਿੱਚ 6:30 ਵਜੇ ਤੱਕ ਅਤੇ ਵੀਕਐਂਡ 'ਤੇ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਤੋਂ ਇਲਾਵਾ ਜੋ ਹਰ ਵਾਰੀ ਮੈਂ ਰਿਪੀਟ ਕਰਦੀ ਹਾਂ, ਅੱਜ ਫਿਰ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਜੋ ਕੁਝ ਸਾਵਧਾਨੀਆਂ ਵਰਤਣੀ ਹੈ, ਇਹਤਿਆਤ ਵਰਤਣੇ ਹੈ, ਉਹ ਅਸੀਂ ਜ਼ਰੂਰ ਕਰੀਏ। ਮਾਸਕ ਹਮੇਸ਼ਾ ਪਾ ਕੇ ਰੱਖਣਾ ਹੈ। ਘਰ ਤੋਂ ਬਾਹਰ ਜਾ ਕੇ ਜਦ ਵੀ ਵਾਪਸ ਆਈਏ ਸਾਬਣ ਨਾਲ ਹੱਥ ਧੋਣੇ ਹੈ। ਜੇ ਅਸੀਂ ਬਾਹਰ ਹੈ ਤਾਂ ਸੈਨੀਟਾਈਜ਼ਰ ਦਾ ਪ੍ਰਯੋਗ ਕਰਕੇ ਹੱਥ ਧੋਈਏ ਅਤੇ ਕਿਸੇ ਵੀ ਸਮੇਂ ਲੋਕਾਂ ਤੋਂ ਸਮਾਜਿਕ ਦੂਰੀ ਬਣਾਏ ਰੱਖਣੀ ਹੈ। 2 ਫੁੱਟ ਤੋਂ ਜ਼ਿਆਦਾ ਦੀ ਦੂਰੀ ਬਣਾ ਕੇ ਰੱਖੀਏ। ਕਿਸੇ ਵੀ ਵਿਆਹ ਸ਼ਾਦੀ ਦੇ ਮੌਕੇ 'ਤੇ 30 ਤੋਂ ਜ਼ਿਆਦਾ ਲੋਕਾਂ ਦੀ ਗੈਦਰਿੰਗ ਨਹੀਂ ਹੋ ਸਕਦੀ ਹੈ। ਕਿਸੇ ਵੀ ਹੋਰ ਟਾਈਮ 5 ਤੋਂ ਜ਼ਿਆਦਾ ਲੋਕਾਂ ਦੀ ਗੈਦਰਿੰਗ ਨਹੀਂ ਹੋ ਸਕਦੀ ਹੈ। ਸੋ ਇਹ ਸਾਰੀ ਹਦਾਇਤਾਂ ਦੀ ਅਸੀਂ ਪਾਲਣਾ ਕਰੀਏ, ਇਹ ਸਾਰੀ ਸਾਵਧਾਨੀਆਂ ਇਹਤਿਆਤ ਵਰਤੀਏ, ਤਾਂ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ, ਤਾਂ ਹੀ ਅਸੀਂ ਇਸ 'ਤੇ ਜਿੱਤ ਪਾ ਸਕਦੇ ਹਾਂ। ਇਸ ਦੇ ਨਾਲ ਨਾਲ ਅਸੀਂ ਕੋਵਾ ਐਪ ਜ਼ਰੂਰ ਡਾਊਨਲੋਡ ਕਰੀਏ। ਸਾਰੇ ਕੋਵਾ ਐਪ ਡਾਊਨਲੋਡ ਕਰਨ ਉਪਰੰਤ ਮਿਸ਼ਨ ਫਤਿਹ ਜੁਆਇਨ ਕਰੀਏ ਅਤੇ ਮਿਸ਼ਨ ਫਤਿਹ ਜੁਆਇਨ ਕਰਕੇ ਵੀ ਉਸ ਤੋਂ ਵੀ ਸਾਨੂੰ ਇਹ ਸਾਰੀ ਜਾਣਕਾਰੀ ਮਿਲ ਸਕਦੀ ਹੈ। ਸਮੇਂ ਸਮੇਂ 'ਤੇ ਅਸੀਂ ਆਪਣੀ ਐਕਟੀਵਿਟੀਜ਼ ਵੀ ਉਸ 'ਤੇ ਪਾ ਸਕਦੇ ਹਾਂ ਅਤੇ ਸਾਨੂੰ ਉਸ ਤੋਂ ਇਹ ਵੀ ਪਤਾ ਚੱਲ ਸਕਦਾ ਹੈ ਜੇ ਅਸੀਂ ਕਿਸੇ ਕਿਸਮ ਦੇ ਪੋਜ਼ੀਟਿਵ ਪੇਸ਼ੈਂਟ ਦੇ ਸੰਪਰਕ ਵਿੱਚ ਆਏ ਸੀ ਤਾਂ ਉਸ ਬਾਰੇ ਅਸੀਂ ਆਪਣੀ
ਉਸ ਤੋਂ ਜੇ ਸਾਨੂੰ ਪਤਾ ਚੱਲਦਾ ਹੈ ਅਸੀਂ ਉਸ 'ਤੇ ਆਪਣੀ ਟੈਸਟਿੰਗ ਵੀ ਕਰਾ ਸਕਦੇ ਹਾਂ। ਕਿਸੇ ਨੂੰ ਵੀ ਜੇ ਕੋਈ ਵੀ ਲੱਛਣ ਲੱਗਦੇ ਹੈ, ਕੋਈ ਸਮੱਸਿਆ ਲੱਗਦੀ ਹੈ ਤਾਂ ਤੁਰੰਤ ਸਾਡੀ ਹੈਲਪਲਾਈਨ ਨੰਬਰ 104 ਨੰਬਰ 'ਤੇ ਕਾਲ ਕਰੇ, ਸਾਡੇ ਮਹਿਕਮੇ ਨਾਲ ਸੰਪਰਕ ਕਰੇ ਅਤੇ ਆਪਣੀ ਟੈਸਟਿੰਗ ਜ਼ਰੂਰ ਕਰਾਏ। ਇਹੀ ਗੱਲਾਂ ਨਾਲ ਮੈਂ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹ ਰਹੀ ਹਾਂ ਕਿ ਅਸੀਂ ਰਲ ਮਿਲ ਕੇ ਇਹ ਸਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਅਤੇ ਮੈਨੂੰ ਆਸ ਹੈ ਕਿ ਜੇ ਅਸੀਂ ਸਾਰੇ ਮਿਲ ਕੇ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਇਸ ਬਿਮਾਰੀ ਤੋਂ ਜ਼ਰੂਰ ਜਿੱਤਾਂਗੇ, ਇਸ 'ਤੇ ਫਤਿਹ ਪਾਵਾਂਗੇ। ਧੰਨਵਾਦ।